ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਹੜੀ ਆਪਾਂ ਆਇਲਸ ਵਾਲੀ ਲੜੀ ਚਲਾਈ ਹੋਈ ਆ ਉਹਦਾ ਅੱਜ 29ਵਾਂ ਦਿਨ ਆ ਗਿਆ। ਆਪਾਂ ਸਾਰੇ ਰਲ ਮਿਲ ਕੇ 29ਵੇਂ ਦਿਨ ਤੇ ਪਹੁੰਚ ਚੁੱਕੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਵੀ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਤੇ ਇਹਦੇ ਵਿੱਚ ਆਪਾਂ ਇੱਕ ਅਜਿਹੀ ਚੀਜ਼ ਦੀ ਗੱਲ ਕਰਾਂਗੇ ਜਿਹਦੇ ਕਰਕੇ ਅਸੀਂ ਬਹੁਤ ਵਾਰ ਆਪਣੇ ਸਕੋਰ ਘਟਾ ਲੈਂਦੇ ਆ, ਆਪਦੇ ਨੰਬਰ ਘਟਾ ਬੈਠਦੇ ਆ। ਉਹ ਗੱਲ ਆਪਾਂ ਕਰਾਂਗੇ ਚਾਰੇ ਸੈਕਸ਼ਨਾਂ ਦੀ। ਤੇ ਹੈ ਕੀ ਆ ਉਹ ਵੀ ਆਪਾਂ ਕਰਦੇ ਆ ਕਾਲੀ। ਕਾਲੀ ਆਪਾਂ ਬਿਲਕੁਲ ਨਹੀਂ ਕਰਨੀ ਹੁੰਦੀ, ਚਾਹੇ ਇਹਨਾਂ ਚਾਰੇ ਸੈਕਸ਼ਨਾਂ ਚੋਂ ਕੋਈ ਵੀ ਸੈਕਸ਼ਨ ਆ ਜੇ। ਹੁਣ ਆਪਾਂ ਨੂੰ ਲਿਸਨਿੰਗ ਆ ਗਿਆ, ਲਿਸਨਿੰਗ ਦਾ ਆਪਾਂ ਤਾਂ ਤੋਂ ਪ੍ਰਸ਼ਨ ਪੜ੍ਹ ਲਿਆ ਹੈ ਨਾ, ਹਜੇ ਆਡੀਓ ਚੱਲੀ ਨਹੀਂ। ਚਲੋ ਤੁਸੀਂ ਪ੍ਰਸ਼ਨ ਪੜ੍ਹ ਕੇ ਉਹ ਪ੍ਰਸ਼ਨ ਨੂੰ ਦਿਮਾਗ 'ਚ ਬਿਠਾ ਕੇ ਉਹਦਾ ਆਪਰੇਸ਼ਨ ਕਰ ਲਓ ਵੀ ਇਹਨਾਂ ਨੇ ਪੁੱਛਿਆ ਕੀ ਆ, ਇਹਨਾਂ ਦੀ ਰਿਕੁਆਇਰਮੈਂਟ ਕੀ ਆ। ਹੋ ਸਕਦਾ ਤੁਹਾਨੂੰ ਉਹਨਾਂ ਨੇ 1 ਵਰਡ ਕਿਹਾ ਹੋਵੇ ਹੈ ਨਾ, 1 ਵਰਡ। ਫਿਰ ਉਹਨੂੰ ਯਾਦ ਰੱਖ ਲਓ ਵੀ ਥੱਲੇ ਮੈਂ ਜਿੰਨੇ ਵੀ ਉੱਤਰ ਲਿਖਣੇ ਨੇ, ਮੰਨ ਲਓ ਇਹ ਪ੍ਰਸ਼ਨ ਦੇ ਥੱਲੇ 5 ਪ੍ਰਸ਼ਨ ਹੋਰ ਨੇ, ਵੀ ਇਹ ਜਿੰਨੇ ਵੀ 5 ਉੱਤਰ ਲਿਖਣੇ ਨੇ ਮੈਂ ਇਹ ਇੱਕ ਸ਼ਬਦ ਹੀ ਲਿਖਣਾ। ਜੇ ਮੈਂ 2 ਸ਼ਬਦ ਲਿਖਤਾ ਨਾ, ਜਿਵੇਂ ਕੋਈ ਮੈਨੂੰ ਉੱਤਰ ਲੱਗਿਆ ਵੀ ਮੈਂ ਗੁੱਡ ਬॉय ਲਿਖਤਾ ਹੈ ਨਾ, ਤਾਂ ਇਹਦਾ ਮਤਲਬ ਉੱਤਰ ਤੁਹਾਡਾ ਗਲਤ ਹੋ ਗਿਆ। ਜੇ ਉਹਨਾਂ ਨੇ 1 ਵਰਡ ਕਿਹਾ ਤਾਂ ਤੁਸੀਂ 1 ਵਰਡ ਹੀ ਲਿਖੋਗੇ। ਹੋ ਸਕਦਾ ਤੁਹਾਡੇ ਦਿਮਾਗ 'ਚ ਉਲਝਣ ਆ ਜੇ ਹੈ ਨਾ, ਵੀ ਜਿਵੇਂ ਤੁਹਾਨੂੰ ਥੋੜਾ ਜੀ ਕਰਦਾ ਤੁਸੀਂ ਗੁੱਡ ਬॉय ਲਿਖਣਾ। ਹੁਣ ਜੇ ਆਪਾਂ ਕੱਲਾ ਗੁੱਡ ਲਿਖਦੇ ਹਾਂ ਤਾਂ ਉੱਤਰ ਗਲਤ। ਆਪਾਂ ਗੁੱਡ ਨੂੰ ਛੱਡੋ ਪਰੇ, ਕੱਲਾ ਬॉय ਲਿਖ ਦਿਓ, ਕਿਉਂਕਿ ਬॉय ਉਹਨਾਂ ਦੀ ਰਿਕੁਆਇਰਮੈਂਟ ਆ, ਉਹਨਾਂ ਨੂੰ ਚਾਹੀਦਾ ਵੀ ਉੱਤਰ ਬॉय ਲਿਖਤਾ, ਗੁੱਡ ਦੀ ਲੋੜ ਹੀ ਨਹੀਂ ਕਿਤੇ ਤੁਸੀਂ ਇਹ ਲਿਖਣਾ ਚਾਹੁੰਦੇ ਹੋ ਹੈ ਨਾ। ਆਪਾਂ ਜਿਹੜਾ ਜ਼ਿਆਦਾ ਜ਼ਰੂਰੀ ਆ, ਜਿਹੜਾ ਐਗਜ਼ੈਕਟ ਵਰਡ ਆ ਉਹ ਲਿਖ ਦਾਂਗੇ, ਫਾਲਤੂ ਆਪਾਂ ਲਿਖਣਾ ਨਹੀਂ। ਇਹ ਆਪਾਂ ਸ਼ਰਤ ਦਾ ਖਿਆਲ ਰੱਖਣਾ। ਇਹਦੇ ਵਿੱਚ ਅਸੀਂ ਬਹੁਤ ਵਾਰ ਮਾਰ ਖਾਂਦੇ ਆ, ਕਾਹਲੀ ਕਾਹਲੀ 'ਚ ਆਪਾਂ ਕੀ ਕਰਦੇ ਆ, ਗਲਤੀ ਕਰ ਬੈਠਦੇ ਆ। ਹੁਣ ਦੂਜਾ ਆਪਣੇ ਕੋਲ ਸੈਕਸ਼ਨ ਹੁੰਦਾ ਅੱਗੇ ਰੀਡਿੰਗ। ਰੀਡਿੰਗ 'ਚ ਵੀ ਇਹੀ ਪੰਗਾ, ਪ੍ਰਸ਼ਨ ਨੂੰ ਬਹੁਤ ਧਿਆਨ ਨਾਲ ਪੜ੍ਹ ਲਓ। ਇੱਥੇ ਜਿੱਥੇ ਆਪਾਂ ਮੇਜਰ ਗਲਤੀ ਕਰਦੇ ਆ ਉਹ ਇਹ ਆ ਵੀ ਸਾਨੂੰ ਕਿਹਾ ਹੁੰਦਾ ਵੀ ਟਰੂ ਫਾਲਸ ਲਿਖੋ ਹੈ ਨਾ। ਟਰੂ ਫਾਲਸ ਨੋਟ ਕੇ ਬਣਾਉਂਦਾ ਹੁੰਦਾ ਨਾ, ਕਈ ਵਾਰੀ ਟਰੂ ਫਾਲਸ ਹੁੰਦਾ, ਕਈ ਵਾਰੀ ਉਹ ਲਿਖ ਦਿੰਦੇ ਨੇ ਵੀ ਯੈਸ ਨੋ ਲਿਖੋ। ਆਪਾਂ ਕੀ ਕਰਦੇ ਹਾਂ, ਆਪਾਂ ਟਰੂ ਫਾਲਸ ਦੀ ਪ੍ਰੈਕਟਿਸ ਕੀਤੀ ਹੁੰਦੀ ਆ, ਪ੍ਰਸ਼ਨ ਨੂੰ ਪੜ੍ਹ ਕੇ ਆਪਣੇ ਦਿਮਾਗ 'ਚ ਉਹੀ ਚੱਲ ਪੈਂਦਾ। ਆਪਾਂ ਥੱਲੇ ਕੀ ਕਰਦੇ ਹਾਂ, ਹੁਣ ਪ੍ਰਸ਼ਨ 'ਚ ਉਹਨਾਂ ਨੇ ਪੁੱਛਿਆ ਆਪਾਂ ਨੂੰ ਵੀ ਯੈਸ ਨੋ ਲਿਖਣਾ ਤੁਸੀਂ, ਆਪਾਂ ਉੱਤਰ 'ਚ ਲਿਖ ਆਵਾਂਗੇ ਟਰੂ ਫਾਲਸ। ਬਾਅਦ 'ਚ ਆਪਾਂ ਸੋਚਾਂਗੇ ਮੇਰੇ ਇੰਨੇ ਨੰਬਰ ਕਿਵੇਂ ਕੱਟੇ ਗਏ ਯਾਰ। ਪੰਗਾ ਇੱਥੇ ਹੀ ਪੈ ਗਿਆ। ਆਪਾਂ ਉਹ ਪੜ੍ਹਿਆ ਨਹੀਂ ਪ੍ਰਸ਼ਨ, ਪ੍ਰਸ਼ਨ ਦਾ ਆਪਰੇਸ਼ਨ ਕੀਤਾ ਨਹੀਂ, ਉਹਨੂੰ ਦਿਮਾਗ 'ਚ ਵਸਾਇਆ ਨਹੀਂ, ਸਮਝਿਆ ਨਹੀਂ ਵੀ ਰਿਕੁਆਇਰਮੈਂਟ ਕੀ ਹੈ ਇਹਦੀ, ਅਤੇ ਆਪਾਂ ਸਿੱਧਾ ਹੀ ਉੱਤਰ ਚੱਕਤੇ। ਇਸ ਕਰਕੇ ਪ੍ਰਸ਼ਨ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਆ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਰਾਈਟਿੰਗ ਸੈਕਸ਼ਨ। ਰਾਈਟਿੰਗ ਦੇ ਵਿੱਚ ਇਹਦੀ ਜਿਹੜੀ ਇੰਪੋਰਟੈਂਸ ਆ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ, ਕਿਉਂਕਿ ਰਾਈਟਿੰਗ ਦੇ ਵਿੱਚ ਇਹ ਚੀਜ਼ ਮਾਇਨੇ ਰੱਖਦੀ ਆ, ਟਾਸਕ ਰਿਸਪੌਂਸ ਤੇ ਟਾਸਕ ਅਚੀਵਮੈਂਟ। ਅਤੇ ਇਹ ਚੀਜ਼ ਅਸੀਂ ਤਾਂ ਹੀ ਪੂਰੀ ਕਰਾਂਗੇ ਜੇ ਅਸੀਂ ਪ੍ਰਸ਼ਨ ਨੂੰ ਪੜ੍ਹ ਲਿਆ, ਫਿਰ ਉਹਨੂੰ ਅਸੀਂ ਸਮਝ ਲਿਆ ਅਤੇ 1-2 ਮਿੰਟ ਰੁਕ ਕੇ ਉਹ 'ਤੇ ਪਲੈਨਿੰਗ ਆਪਾਂ ਕਰ ਲਈ। ਹੁਣ ਮੰਨ ਲਓ ਆਪਾਂ ਨੂੰ ਇੱਕ ਸੈਂਪਲ ਟੌਪਿਕ ਆ ਗਿਆ ਹੈ ਨਾ, ਫੈਸ਼ਨ 'ਤੇ ਆ ਗਿਆ ਆਪਾਂ ਨੂੰ ਵੀ ਅੱਜ ਕੱਲ੍ਹ ਵਿਦਿਆਰਥੀਆਂ 'ਚ ਸਟੂਡੈਂਟਸ ਹੈ ਨਾ, ਵਿਦਿਆਰਥੀਆਂ 'ਚ ਫੈਸ਼ਨ ਬਹੁਤ ਜ਼ਿਆਦਾ ਵੱਧ ਰਿਹਾ। ਵੀ ਕੀ ਇਹ ਚੰਗੀ ਗੱਲ ਆ, ਉਹਨਾਂ ਦੇ 'ਤੇ ਮਾੜਾ ਪ੍ਰਭਾਵ ਪਾਉਂਦਾ ਜਾਂ ਨਹੀਂ ਪਾਉਂਦਾ, ਵੀ ਤੁਸੀਂ ਇਹਦੇ ਨਾਲ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ। ਤੁਸੀਂ ਫੈਸ਼ਨ ਪੜ੍ਹ ਲਿਆ, ਆਪਾਂ ਸਟੂਡੈਂਟਸ ਪੜ੍ਹ ਲਿਆ, ਪ੍ਰਸ਼ਨ ਨੂੰ ਸਾਰੇ ਨੂੰ ਸਮਝ ਲਿਆ, ਉਹਦਾ ਆਪਰੇਸ਼ਨ ਕਰਤਾ, ਚੀਰ ਫਾੜ ਕਰ ਲਈ ਅਤੇ ਆਪਾਂ ਦਿਮਾਗ 'ਚ ਬਿਠਾ ਲਿਆ ਵੀ ਠੀਕ ਆ ਬਾਈ ਸਟੂਡੈਂਟਸ 'ਤੇ ਹੈ ਨਾ ਮੈਂ ਆਪਦੇ ਵਿਚਾਰ ਦੇਣੇ ਨੇ ਵੀ ਵਿਦਿਆਰਥੀਆਂ 'ਚ ਫੈਸ਼ਨ ਵੱਧ ਰਿਹਾ, ਵੀ ਇਹ ਉਹਨਾਂ 'ਤੇ ਕੀ ਪ੍ਰਭਾਵ ਪਾਉਂਦਾ। ਤੁਸੀਂ ਸੋਚੋਗੇ ਵੀ ਇੰਟਰੋਡਕਸ਼ਨ 'ਚ ਮੈਂ ਪਹਿਲਾਂ, ਜੇ ਤਾਂ ਤੁਸੀਂ ਸਹਿਮਤ ਹੋ ਵੀ ਹਾਂ ਇਹ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪਾਉਂਦਾ, ਤਾਂ ਪਹਿਲਾਂ ਇੰਟਰੋਡਕਸ਼ਨ 'ਚ ਤੁਸੀਂ ਦੱਸਣਾ ਵੀ ਆਈ ਐਗਰੀ ਹੈ ਨਾ, ਆਪਦੇ ਵਿਚਾਰ ਜ਼ਰੂਰ ਦੇਣੇ ਆ। ਇੰਟਰੋਡਕਸ਼ਨ 'ਚ ਕਲੀਅਰ ਕਰ ਦਿਓ ਵੀ ਹਾਂ ਮੈਂ ਇਹ 'ਤੇ ਗੱਲ ਕਰੂੰਗਾ। ਉਦੋਂ ਬਾਅਦ ਬੋਡੀ ਪੈਰਾਗ੍ਰਾਫ 1 'ਚ ਅੱਗੇ ਤੁਸੀਂ ਸੋਚ ਲਓ ਵੀ ਆਹ ਕਰਨਾ, 2 'ਚ ਮੈਂ ਆਹ ਲਿਖ ਦੂੰ ਹੈ ਨਾ, ਇੱਕ ਐਗਜ਼ਾਮਪਲ ਸੋਚ ਲਓ, ਆਪਦੀ ਪਲੈਨਿੰਗ ਜੀ ਕਰ ਲਓ। ਹੁਣ ਪੰਗਾ ਕਿੱਥੇ ਪੈ ਜਾਂਦਾ, ਇਹ ਤਾਂ ਅਸੀਂ ਆਪਾਂ ਪ੍ਰਸ਼ਨ ਦੀ ਚੀਰ ਫਾੜ ਕਰ ਲਈ। ਜੇ ਆਪਾਂ ਪ੍ਰਸ਼ਨ ਦੀ ਚੀਰ ਫਾੜ ਨਾ ਕਰੀ, ਆਪਾਂ ਕਾਹਲੀ 'ਚ ਆਪਾਂ ਸਿੱਧਾ ਫੈਸ਼ਨ ਪੜ੍ਹ ਕੇ, ਅਸੀਂ ਨਹੀਂ ਪਤਾ ਆਪਾਂ ਸਟੂਡੈਂਟਸ ਵਾਲਾ ਜਿਹੜਾ ਕੀਵਰਡ ਮੇਨ ਚੀਜ਼ ਉਹਨਾਂ ਨੇ ਸਟੂਡੈਂਟਸ ਜਿਹੜੀ ਦਿੱਤੀ ਆ ਉਹਨੂੰ ਆਪਾਂ ਭੁੱਲ ਹੀ ਜਾਈਏ, ਆਪਾਂ ਇਕੱਲਾ ਫੈਸ਼ਨ ਹੀ ਚੱਕ ਦਈਏ, ਵਿੱਚ ਹੀ ਸਾਰੇ ਮੁੰਡੇ ਕੁੜੀਆਂ ਨੌਜਵਾਨ ਬੰਦੇ ਬੁੜੀਆਂ ਸਾਰੇ ਇਨਕਲੂਡ ਕਰ ਲਈਏ ਵੀ ਅੱਜ ਕੱਲ੍ਹ ਫੈਸ਼ਨ ਆਹ ਕਰਦਾ ਉਹ ਕਰਦਾ ਵਾਹ ਕਰਦਾ, ਪਰ ਆਪਾਂ ਸਟੂਡੈਂਟਸ ਨੂੰ ਤਾਂ ਭੁੱਲ ਹੀ ਗਏ। ਅਤੇ ਇੱਥੇ ਅਸੀਂ ਮਾਰ ਖਾ ਜਾਵਾਂਗੇ। ਆਪਾਂ ਕਾਹਲੀ ਕਰ ਗਏ, ਕਾਹਲੀ ਆਪਾਂ ਕਰਨੀ ਕੋਈ ਨਹੀਂ। ਅਤੇ ਦੂਜੀ ਗੱਲ ਆਪਾਂ ਕੀ ਹੁੰਦਾ, ਉਹਨਾਂ ਨੇ ਡੂ ਯੂ ਐਗਰੀ ਔਰ ਡਿਸਐਗਰੀ ਕਿਹਾ ਹੁੰਦਾ, ਆਪਣੇ ਤੋਂ ਇਹ ਪੁੱਛਿਆ ਹੁੰਦਾ ਵੀ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ। ਇਹ ਗੱਲ ਦਾ ਆਪਾਂ ਜਵਾਬ ਹੀ ਨਹੀਂ ਦਿੰਦੇ, ਆਪਾਂ ਪ੍ਰਸ਼ਨ ਫੇਰ ਨਹੀਂ ਧਿਆਨ ਨਾਲ ਸਮਝਿਆ ਨਾ ਪੜ੍ਹਿਆ। ਇੰਟਰੋਡਕਸ਼ਨ ਜਿਹਦਾ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਹੈ। ਜਦੋਂ ਐਗਰੀ ਡਿਸਐਗਰੀ ਆ ਜੇ ਉਹਨਾਂ ਨੂੰ ਦੱਸੋ ਵੀ ਤੁਸੀਂ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ। ਉਹ ਤੁਸੀਂ ਕੁਛ ਵੀ ਕਹਿ ਸਕਦੇ ਹੋ, ਸਟਰੋਂਗਲੀ ਐਗਰੀ ਵੀ ਕਹਿ ਸਕਦੇ ਹੋ, ਸਟਰੋਂਗਲੀ ਡਿਸਐਗਰੀ ਵੀ ਕਹਿ ਸਕਦੇ ਹੋ, ਤੁਹਾਡੀ ਮਰਜ਼ੀ ਆ।
ਇੰਟਰੋਡਕਸ਼ਨ 'ਚੋਂ ਦੱਸ ਦਿਓ। ਅੱਗੇ ਤੁਸੀਂ ਪੈਰਾਗ੍ਰਾਫ 1 'ਚ ਆਪਦੇ ਆਈਡੀਆਜ਼ ਦੇਣੇ ਆ, 2 'ਚ ਦੇਣੇ ਆ, ਥੱਲੇ ਕਨਕਲੂਜਨ ਲਿਖ ਦੇਣਾ। ਇਹ ਬਹੁਤ ਜ਼ਰੂਰੀ ਆ। ਪ੍ਰਸ਼ਨ ਨੂੰ ਪੜ੍ਹ ਲਓ, ਉਹਦੀ ਚੀਰ ਫਾੜ ਕਰ ਲਓ ਤਾਂ ਕਿ ਤੁਹਾਡੇ ਕੋਲੇ ਇੱਕ ਇਮੇਜ ਕਲੀਅਰ ਹੋ ਜੇ। ਪ੍ਰਸ਼ਨ ਨੂੰ ਪੜ੍ਹ ਕੇ 1 ਤੋਂ ਲੈ ਕੇ 2 ਮਿੰਟ ਉਹਨੂੰ ਦੇ ਦਿਓ। ਆਪਣੀ ਰਫ ਜੀ ਇੱਕ ਪਲੈਨਿੰਗ ਬਣਾ ਲਓ ਵੀ ਮੈਂ ਇੰਟਰੋ 'ਚ ਆਹ ਲਿਖ ਦੂੰ, ਬੋਡੀ ਪੈਰਾਗ੍ਰਾਫ 'ਚ ਮੈਂ ਮੇਨ ਆਈਡੀਆਜ਼ 1 2 3 ਆਹ ਲਿਖ ਦੂੰ, ਬੋਡੀ ਪੈਰਾਗ੍ਰਾਫ 2 'ਚ ਮੈਂ ਜਿਵੇਂ ਆਹ 2 3 ਜਿਹੜੇ ਵੀ ਆਈਡੀਆਜ਼ ਨੇ ਇਹ ਲਿਖ ਦੂੰ, ਇਹ 'ਚ ਮੈਂ ਇੱਕ ਆਹ ਐਗਜ਼ਾਮਪਲ ਦੇ ਦੂੰ, ਥੱਲੇ ਕਨਕਲੂਜਨ ਦਾ ਚਲੋ ਆਪਾਂ ਕਰ ਹੀ ਲੈਂਦੇ ਹਾਂ। ਇਹ 'ਤੇ ਮਿੰਟ 2 ਨਹੀਂ ਲੱਗਣੇ, ਪਰ ਤੁਹਾਡਾ ਸਾਰਾ ਢਾਂਚਾ ਤਿਆਰ ਹੋ ਜਾਊਗਾ। ਜੇ ਤੁਸੀਂ ਸਿੱਧਾ ਹੀ ਲਿਖਣ ਲੱਗ ਗਏ, ਪ੍ਰਸ਼ਨ ਨੂੰ ਕਾਹਲੀ ਕਾਹਲੀ ਪੜ੍ਹਿਆ, ਚੀਰ ਫਾੜ ਕੀਤੀ ਨਾ, ਢਾਂਚਾ ਬਣਾਇਆ ਨਾ, ਸਿੱਧਾ ਲਿਖਣ ਲੱਗ ਗਏ ਤਾਂ ਬੋਡੀ ਪੈਰਾਗ੍ਰਾਫ 1 ਲਿਖਦੇ ਲਿਖਦੇ ਇਹੋ ਜਿਹੀ ਸਟੇਜ ਆਜੂ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਣਾ ਵੀ ਬੋਡੀ ਪੈਰਾਗ੍ਰਾਫ 2 'ਚ ਕੀ ਲਿਖਾਂ। ਬਲੈਂਕ ਜੇ ਹੋ ਕੇ ਬਹਿ ਜਾਓਗੇ, ਕਿਉਂਕਿ ਰਣਨੀਤੀ ਨਹੀਂ ਤਿਆਰ ਸੀ। ਰਣਨੀਤੀ ਬਣਾ ਲਓ, ਖਰੜਾ ਜਿਹਾ ਬਣਾ ਲਓ, ਇੱਕ ਦੇਸੀ ਜਿਹਾ, ਤੁਹਾਨੂੰ ਵਧੀਆ ਸਮਝ ਆ ਜਾਊਗਾ। ਇਹ ਸੀ ਆਪਣੀ ਰਾਈਟਿੰਗ ਦੀ ਗੱਲ। ਕੁਐਸਚਨ 'ਤੇ ਪੂਰਾ ਤੁਸੀਂ ਧਿਆਨ ਦੇਣਾ। ਤੇ ਹੁਣ ਅੱਗੇ ਇੱਕ ਹੋਰ ਨਾ ਲਿਸਨਿੰਗ ਦੀ ਗੱਲ ਯਾਦ ਆ ਗਈ। ਲਿਸਨਿੰਗ ਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਬੜਾ ਉਲਝਦੇ ਹੋ। ਉਹ 'ਚ ਲਿਖਿਆ ਹੁੰਦਾ ਟੂ ਔਰ ਨਾਟ ਮੋਰ ਦੈਨ 2 words, ਵੀ ਜਾਂ ਤਾਂ 2 ਸ਼ਬਦਾਂ 'ਚ ਜਾਂ 2 ਤੋਂ ਵੱਧ ਸ਼ਬਦਾਂ 'ਚ ਨਹੀਂ ਲਿਖਣਾ ਤੁਸੀਂ ਇਹ। ਹੁਣ ਦੇਖੋ 2 ਤਾਂ ਉਹਨੇ ਕਹੀ ਦਿੱਤਾ ਵੀ 2 ਤਾਂ ਤੁਸੀਂ ਲਿਖ ਹੀ ਸਕਦੇ ਹੋ। ਨਾਟ ਮੋਰ ਦੈਨ 2 ਦਾ ਮਤਲਬ ਕੀ ਬਣ ਗਿਆ ਵੀ ਤੁਸੀਂ 1 ਵੀ ਲਿਖ ਸਕਦੇ ਹੋ, ਪਰ 2 ਤੋਂ ਵੱਧ ਨਹੀਂ ਲਿਖਣੇ ਕਿਸੇ ਵੀ ਹਾਲਤ 'ਚ। ਇਹ ਉਹਨਾਂ ਨੇ ਨਾਲ ਲਿਖਤਾ ਵੀ ਜਾਂ 2 ਸ਼ਬਦ ਜਾਂ 2 ਤੋਂ ਵੱਧ ਤੁਸੀਂ ਨਹੀਂ ਲਿਖਣੇ, ਵੀ ਇੱਕ ਲਿਮਟ ਲਾਤੀ ਵੀ 2 ਸ਼ਬਦਾਂ ਤੱਕ ਲਿਖ ਲਓ, ਚਾਹੇ 1 ਲਿਖ ਲਿਓ। ਇਹ 'ਚ ਆਪਾਂ ਉਲਝ ਜਾਂਦੇ, ਆਪਾਂ ਸੋਚਦੇ ਹਾਂ ਵੀ ਅਸੀਂ 2 'ਚ ਲਿਖੀਏ ਕਿ 1 'ਚ ਲਿਖੀਏ, ਇਹੀ ਸੋਚੀ ਜਾਂਦੇ ਹਾਂ। ਹੁਣ ਨਾਟ ਮੋਰ ਦੈਨ ਇੱਥੇ 3 ਵੀ ਆ ਸਕਦਾ, 3 ਵੀ ਆ ਸਕਦਾ ਹੈ ਨਾ। ਉੱਥੇ ਤੁਸੀਂ 3 ਸ਼ਬਦ ਵੀ ਲਿਖ ਸਕਦੇ ਹੋ, ਪਰ 3 ਤੋਂ ਵਧਾਉਣੇ ਨਹੀਂ, 4 ਨਹੀਂ ਕਰਨੇ। ਜੇ 2 ਲਿਖਿਆ ਤਾਂ 2 ਸ਼ਬਦ ਤੁਸੀਂ ਲਿਖ ਸਕਦੇ ਹੋ, ਪਰ 2 ਤੋਂ ਵਧਾ ਕੇ 3 ਨਹੀਂ ਕਰਨੇ। ਇਹਦਾ ਮਤਲਬ ਇਹ ਹੁੰਦਾ ਨਾਟ ਮੋਰ ਦੈਨ ਦਾ, ਹੈ ਨਾ। ਕੁਐਸਚਨ ਨੂੰ ਪੜ੍ਹ ਕੇ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਵੀ ਹਾਂ ਅਸੀਂ ਆਹ ਲਿਖਣਾ, ਫੇਰ ਅੱਗੇ ਵਧਣਾ ਆਪਾਂ। ਲਓ ਜੀ, ਇਹ 3 ਸੈਕਸ਼ਨ ਹੋ ਗਏ। ਚੌਥਾ ਆ ਗਿਆ ਆਪਣਾ ਸਪੀਕਿੰਗ। ਸਪੀਕਿੰਗ ਦੇ ਵਿੱਚ ਇਹ ਆਪਣੇ ਕੰਮ ਆਉਂਦਾ ਜਾ ਕੇ ਕਿਊ ਕਾਰਡ 'ਚ। ਕਿਊ ਕਾਰਡ 'ਚ ਆਪਾਂ ਨੂੰ ਉਹ ਪ੍ਰਸ਼ਨ ਦੇਣਗੇ, ਆਪਣੇ ਸਾਹਮਣੇ ਕਾਰਡ 'ਤੇ ਪ੍ਰਸ਼ਨ ਲਿਖਿਆ ਹੋਊਗਾ। ਉੱਥੇ ਵੀ ਆਪਾਂ ਜਦੋਂ ਆਪਾਂ ਨੂੰ 1 ਮਿੰਟ ਮਿਲਿਆ ਹੋਊ, ਆਪਾਂ ਐਂ ਰਣਨੀਤੀ ਤਿਆਰ ਕਰਨੀ ਆ। ਇਹ ਨਹੀਂ ਕਰਨਾ ਵੀ ਆਪਾਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਪੜ੍ਹੇ ਹੀ ਨਹੀਂ, ਕਾਹਲੀ ਕਾਹਲੀ ਆਪਦੀ ਰਣਨੀਤੀ ਜੀ ਤਿਆਰ ਕਰ ਲਈ ਅਤੇ ਪ੍ਰਸ਼ਨ 'ਚ ਕੁਛ ਹੋਰ ਪੁੱਛਿਆ, ਆਪਾਂ ਕੁਛ ਹੋਰ ਹੀ ਬਣਾ ਲਿਆ। ਹੁਣ ਇੱਕ ਗੱਲ ਹੋਰ ਨੋਟ ਕਰ ਲਿਓ ਵੀ ਜਿਹੜਾ ਕਿਊ ਕਾਰਡ ਹੁੰਦਾ ਨਾ, ਥੋੜ੍ਹਾ ਬਹੁਤ ਤੁਸੀਂ ਇਹ 'ਚ ਆਫ ਦਾ ਟੋਪਿਕ ਜਾ ਸਕਦੇ ਹੋ। ਸਪੀਕਿੰਗ 'ਚ ਜਿਹੜੇ ਆਪਾਂ ਨੂੰ ਬੈਂਡਸ ਮਿਲਦੇ ਨੇ, ਉਹਦੇ 'ਚ ਟਾਸਕ ਰਿਸਪੌਂਸ ਤੇ ਟਾਸਕ ਅਚੀਵਮੈਂਟ ਦੀ ਕਿਤੇ ਗੱਲ ਨਹੀਂ ਕਰੀ ਹੋਈ। ਇਸ ਕਰਕੇ ਜੇ ਤੁਸੀਂ ਥੋੜ੍ਹਾ ਬਹੁਤ ਆਫ ਦਾ ਟੋਪਿਕ ਚੱਲ ਜਾਓਗੇ ਨਾ, ਟੈਨਸ਼ਨ ਲੈਣ ਵਾਲੀ ਲੋੜ ਕੋਈ ਨਹੀਂ। ਫੇਰ ਹੀ ਆਪਾਂ ਕਿਊ ਕਾਰਡ 'ਤੇ ਕਹਾਣੀ ਬਣਾਵਾਂਗੇ। ਜੇ ਆਪਾਂ ਥੋੜ੍ਹਾ ਜਿਹਾ ਆਫ ਦਾ ਟੋਪਿਕ ਜਾਵਾਂਗੇ, ਫੇਰ ਹੀ ਆਪਾਂ 2 ਮਿੰਟ ਬੋਲਾਂਗੇ। ਕੋਈ ਚੱਕਰ ਨਹੀਂ, ਇਹਦਾ ਤੁਸੀਂ ਵਹਿਮ ਨਹੀਂ ਕਰਨਾ। ਤੁਸੀਂ ਜਾ ਸਕਦੇ ਹੋ ਮਾੜਾ ਮੋਟਾ ਜੇ ਬਾਗੇ, ਪਰ ਐਂ ਨਹੀਂ ਹੈਗਾ ਵੀ ਪੁੱਛਿਆ ਕੁਛ ਹੋਰ ਆ, ਤੁਸੀਂ ਜਾਣਾ ਬਠਿੰਡੇ ਆ, ਤੁਸੀਂ ਚੱਲ ਪਏ ਇੱਧਰ ਨੂੰ ਪਟਿਆਲੇ ਕੰਨੀ ਨੂੰ, ਹੈ ਨਾ, ਉਲਟੀ ਹੋ ਗਏ ਜਮੀ। ਇਹ ਕੰਮ ਨਹੀਂ ਕਰਨਾ। ਤੇ ਜੇ ਆਪਾਂ ਇਹ ਕੰਮ ਕਰਾਂਗੇ ਤਾਂ ਆਪਣਾ ਜਿਹੜਾ ਸਕੋਰ ਆ ਉਹ ਜ਼ਰੂਰ ਕੱਟਿਆ ਜਾਊਗਾ। ਹੁਣ ਇਹਦੇ 'ਚ ਆਪਾਂ ਕੀ ਗੱਲਾਂ ਦਾ ਖਿਆਲ ਰੱਖਣਾ, ਇਹਦੇ 'ਚ ਜਦੋਂ ਆਪਾਂ ਕਿਊ ਕਾਰਡ ਵਾਲਾ ਪ੍ਰਸ਼ਨ ਪੜਾਂਗੇ, ਉਹਦੀ ਵੀ ਆਪਾਂ ਚੀਰ ਫਾੜ ਪੂਰੀ ਕਰਨੀ ਆ। ਇੱਕ ਤਾਂ ਆਪਾਂ ਉਹਦਾ ਟੈਂਸ ਜ਼ਰੂਰ ਚੈੱਕ ਕਰਨਾ ਵੀ ਉਹ ਕਿਹੜੇ ਟੈਂਸ 'ਚ ਆ। ਕਈ ਵਾਰੀ ਆਪਾਂ ਨੂੰ ਦੇਖੋ ਡਿਡ ਲਾ ਕੇ ਬਣਾਇਆ ਹੁੰਦਾ, ਹੈ ਨਾ, ਵਟ ਡਿਡ ਯੂ, ਮਤਲਬ ਅੱਗੇ ਕੁਛ ਵੀ ਡਿਡ ਲਾ ਕੇ ਜਦੋਂ ਬਣਾਤਾ, ਇਹਦਾ ਮਤਲਬ ਉਹ ਤੁਹਾਡੇ ਤੋਂ ਪਾਸਟ ਦੀ ਗੱਲ ਕਰ ਰਿਹਾ। ਤੁਹਾਡੇ ਤੋਂ ਪਾਸਟ ਦੀ ਗੇਮ ਪੁੱਛ ਸਕਦਾ, ਫੇਵਰੇਟ ਨਾਟਕ ਪੁੱਛ ਸਕਦਾ, ਤੁਹਾਡਾ ਫੇਵਰੇਟ ਸਬਜੈਕਟ ਪੁੱਛ ਸਕਦਾ, ਪਾਸਟ ਦਾ ਕੁਝ ਵੀ ਪੁੱਛ ਸਕਦਾ, ਜਾਂ ਤੁਸੀਂ ਕਿਤੇ ਗਏ ਪਾਸਟ ਦਾ ਉਹ ਪੁੱਛ ਸਕਦਾ। ਜਦੋਂ ਤੁਸੀਂ ਪਾਸਟ ਟੈਂਸ ਪੜ੍ਹ ਲਿਆ, ਕਿਊ ਕਾਰਡ 'ਚ ਤੁਹਾਨੂੰ ਜਿਹੜਾ ਪ੍ਰਸ਼ਨ ਦਿੱਤਾ ਉਹ ਤਾਂ ਸਮਝ ਲਓ ਵੀ ਤੁਸੀਂ ਪਾਸਟ 'ਚ ਹੀ ਬੋਲਣਾ ਅਤੇ ਪਾਸਟ 'ਤੇ ਸਾਰਾ ਕਿਊ ਕਾਰਡ ਬਣਾਉਣਾ, ਪਾਸਟ ਦੀ ਗੱਲ ਹੀ ਕਰਨੀ ਆ। ਇਹ ਨਹੀਂ ਹੈਗਾ ਵੀ ਤੁਹਾਡੇ ਤੋਂ ਪੁੱਛਿਆ ਤਾਂ ਉਹਨਾਂ ਨੇ ਪਾਸਟ ਦਾ ਗਾ ਵੀ ਬਚਪਨ 'ਚ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਸੀ, ਹੈ ਨਾ, ਤੁਸੀਂ ਹੁਣ ਵਾਲਾ ਹੀ ਬੋਲਤਾ ਸਾਰਾ ਵੀ ਹੁਣ ਮੈਂ ਕਾਲਜ 'ਚ ਪੜ੍ਹਦਾ, ਮੈਨੂੰ ਆਹ ਸਬਜੈਕਟ ਵਧੀਆ ਲੱਗਦਾ। ਇਹ ਤਾਂ ਉਹੀ ਗੱਲ ਹੋ ਗਈ ਨਾ ਵੀ ਬਠਿੰਡੇ ਦੀ ਥਾਂ 'ਤੇ ਪਟਿਆਲੇ ਚੱਲ ਪਏ। ਇਹ ਕੰਮ ਨਹੀਂ ਆਪਾਂ ਕਰਨਾ। ਪ੍ਰਸ਼ਨ ਦੀ ਚੀਰ ਫਾੜ ਕਰ ਲਓ ਅਤੇ ਦੇਖ ਲਓ 'ਚ ਪੁੱਛਿਆ ਕੀ ਆ, ਸਮਾਰ ਕੇ। ਜੇ ਆਪਾਂ ਹੁਣ ਆਪਾਂ ਨੂੰ 1 ਮਿੰਟ ਉਹ ਪ੍ਰੈਪਰੇਸ਼ਨ ਨੂੰ ਦਿੰਦੇ ਨੇ, ਹੈ ਨਾ, ਉਹ ਇਹੀ ਕੰਮ ਵਾਸਤੇ ਦਿੰਦੇ ਨੇ ਵੀ ਤੁਸੀਂ ਪ੍ਰਸ਼ਨ ਦਾ ਪ੍ਰੇਸ਼ਨ ਕਰ ਲਓ, ਉਹਦੀ ਚੀਰ ਫਾੜ ਕਰਕੇ ਉਹਦੇ ਵਿੱਚੋਂ ਮਾਲ ਕੱਢ ਲਓ ਵੀ ਕੀ ਚਾਹੀਦਾ। ਹੁਣ ਕਈ ਵਾਰੀ ਕੀ ਹੁੰਦਾ, ਪਿੱਛੇ ਜੇ ਇੱਕ ਮੈਂ ਨਾ ਗੱਲ ਕਰ ਰਿਹਾ ਸੀ ਵੀਰ ਨਾਲ, ਉਹ ਕਿਊ ਕਾਰਡ ਕਰ ਰਹੇ ਸੀ, ਉਹਨਾਂ ਨੂੰ ਪੁੱਛਿਆ ਸੀ ਲਾਈਨ ਆਫ ਅ ਸੌਂਗ ਯੂ ਰਿਮੈਂਬਰ, ਹੈ ਨਾ, ਕਿਸੇ ਗਾਣੇ ਦੀ ਲਾਈਨ ਜਿਹੜੀ ਤੁਹਾਡੇ ਯਾਦ ਆ ਹੁਣ ਤੱਕ। ਤੇ ਉਹਨਾਂ ਨੇ ਕੀ ਕਰਿਆ, ਹੁਣ ਚਲੋ ਪ੍ਰਸ਼ਨ ਦੀ ਚੀਰ ਫਾੜ ਨਹੀਂ ਹੋਈ, ਉਹਨਾਂ ਨੇ ਨਾ ਪੂਰੇ ਗਾਣੇ 'ਤੇ ਹੀ ਬੋਲਤਾ, ਇੱਕ ਗਾਣਾ ਹੀ ਚੱਕ ਲਿਆ, ਪਰ ਪ੍ਰਸ਼ਨ 'ਚ ਦੇਖੋ ਕੱਲੀ ਲਾਈਨ ਪੁੱਛੀ ਆ। ਜਿਹੜੇ ਸਪੀਕਿੰਗ ਵਾਲੇ ਨੇ ਕਿਊ ਕਾਰਡਸ ਦੇਖੋ ਹੁੰਦੇ ਤਾਂ ਸਾਰੇ ਕਾਮਨ ਹੀ ਨੇ,
ਪਰ ਉਹ ਨਾ ਬਦਲ ਦਿੰਦੇ ਨੇ, ਉਹ ਸਕੀਮੀ ਵਾਲੇ ਨੇ, ਉਹ ਜਾਲ ਬਣਾ ਲੈਂਦੇ ਨੇ ਸਾਡੇ ਵਾਸਤੇ ਵੀ ਅਸੀਂ ਫਸ ਜਾਈਏ। ਹੁਣ ਫੇਵਰੇਟ Song ਤੇ ਸਾਰਿਆਂ ਨੇ ਪ੍ਰੈਕਟਿਸ ਕੀਤੀ ਹੁੰਦੀ ਆ, ਉਹ ਪਤਾ ਹੀ ਹੈ ਜਦੋਂ ਆਪਾਂ Song ਸ਼ਬਦ ਪੜਾਂਗੇ ਨਾਲ ਦੀ ਨਾਲ Song ਤੇ ਬੋਲਣਾ ਸ਼ੁਰੂ ਕਰ ਦਾਂਗੇ ਵੀ ਅਸੀਂ Song ਪੜ੍ਹ ਲਿਆ। ਪਰ ਉਹਨਾਂ ਨੇ ਸਕੀਮ ਲਾਤੀ, ਉਹਨਾਂ ਨੇ ਲਾਤਾ ਲਾਈਨ ਆਫ ਯੂਅਰ ਫੇਵਰੇਟ Song ਜਾਂ ਲਾਈਨ ਆਫ Song ਵੀ ਜਿਹੜੀ ਤੁਹਾਡੇ ਯਾਦ ਆ, ਉਹ ਇਕੱਲੀ ਲਾਈਨ ਹੀ ਪੁੱਛ ਰਹੇ, ਆਪਾਂ ਉਹੀ ਲਾਈਨ 'ਤੇ ਹੀ ਬੋਲਣਾ ਇੱਕ ਤੇ। ਇਸ ਕਰਕੇ ਪ੍ਰਸ਼ਨ ਨੂੰ ਪਹਿਲਾਂ ਮੇਜ਼ ਤੇ ਲੰਬਾ ਪਾ ਲਓ, ਉਹਦੀ ਚੀਰ ਫਾੜ ਕਰ ਲਓ, ਦੇਖੋ ਉਹਦੇ ਵਿੱਚੋਂ ਕੀ ਨਿਕਲਦਾ, ਫਿਰ ਆਪਾਂ ਕੰਮ ਕਰਨਾ, ਫਿਰ ਉਹ 'ਤੇ ਅੱਗੇ ਉਹਦਾ ਇਲਾਜ ਕਰਨਾ। ਠੀਕ ਹੈ ਜੀ, ਪੂਰਾ ਉਹਨੂੰ ਸਮਝ ਕੇ। ਜੇ ਆਪਾਂ ਇਹ ਚਾਰੇ ਮੋਡਿਊਲਸ ਨੇ, ਇਹ 'ਚ ਆਪਾਂ ਪ੍ਰਸ਼ਨ ਦੀ ਚੀਰ ਫਾੜ ਕਰਦੇ ਰਹੇ, ਉਹਨੂੰ ਚੰਗੀ ਤਰ੍ਹਾਂ ਸਮਝ ਕੇ ਉਹਦੇ ਵਿੱਚ ਦੇਖ ਕੇ ਵੀ ਇਹਦੇ ਅੰਦਰ ਕੀ ਪਿਆ ਗਾ, ਉਹਨੂੰ ਸਮਝ ਕੇ ਉਹਦਾ ਇਲਾਜ ਕਰਦੇ ਰਹੇ, ਤਾਂ ਜਿਹੜੇ ਬਿਨਾਂ ਮਤਲਬ ਤੋਂ ਸਾਡੇ ਸਕੋਰ ਕੱਟੇ ਜਾਂਦੇ ਨੇ ਉਹ ਨਹੀਂ ਕੱਟੇ ਜਾਣਗੇ। ਇਹ ਨਿੱਕੀਆਂ ਮੋਟੀਆਂ ਗਲਤੀਆਂ ਕਰਕੇ ਆਪਾਂ ਐਵੇਂ ਆਪਣੇ ਸਕੋਰ ਗਵਾ ਲੈਂਦੇ ਆ, ਆਪਾਂ ਇਹ ਗਲਤੀਆਂ ਨਹੀਂ ਕਰਨੀਆਂ, ਇਹ ਗੱਲਾਂ ਦਾ ਪੂਰਾ ਖਿਆਲ ਰੱਖਣਾ। ਤੇ ਉਮੀਦ ਕਰਦੇ ਹਾਂ ਵੀ ਅੱਜ ਵਾਲਾ ਟੌਪਿਕ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ। ਇਹ 'ਚੋਂ ਜੋ ਤੁਸੀਂ ਸਿੱਖਿਆ ਉਹਨੂੰ ਇੰਪਲੀਮੈਂਟ ਵੀ ਜ਼ਰੂਰ ਕਰੋਗੇ। ਤੇ ਜੇ ਫਿਰ ਵੀ ਕੋਈ ਡਾਊਟ ਜਾਂ ਕਨਫਿਊਜ਼ਨ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।